हेलो फ्रेंड्स वेलकम टू माय चैनल जिसका नाम है सिमरन पंजाबी चैनल मैं खास तौर ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਨਟੀ ਐਗਜ਼ਾਮ ਤੇ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਡਿਫਰੈਂਟ ਟਾਈਪ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਲਾਈਕ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਲੱਗਦੇ ਪਏ ਨੇ ਇਸ ਤੋਂ ਇਲਾਵਾ ਤੁਸੀਂ ਮੈਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ ਲਿੰਕ ਉਸ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਇਸ ਤੋਂ ਇਲਾਵਾ ਕਮਿਊਨਿਟੀ ਬਾਕਸ ਦੇ ਵਿੱਚ ਵੀ ਮੈਸੇਜ ਜ਼ਰੂਰ ਚੈੱਕ ਕਰਿਆ ਕਰੋ ਕੱਲ ਦੇ ਅਪਡੇਟ ਕੀਤੇ ਹੋਏ ਨੇ ਮੈਸੇਜ ਤੇ ਅੱਜ ਫੇਰ ਜਿਹੜੇ ਹੈਗੇ ਨੇ ਮੈਂ ਅਪਡੇਟ ਜ਼ਰੂਰ ਕਰਾਂਗੀ ਟੌਪਿਕ ਜਿਹੜਾ ਹੈਗਾ ਮੈਂ ਕੱਲ ਤੁਹਾਨੂੰ ਕਿਹਾ ਸੀ ਕਿ ਪੰਜਾਬੀ ਦਾ ਜਿਹੜਾ ਹੈਗਾ ਵਾ ਅਸੀਂ ਐਨਟੀਏ ਯੂਜੀਸੀ ਨੈਟ ਉਹਨਾਂ ਦੇ ਵਿੱਚ ਆਲੋਚਨਾ ਵਾਲੇ ਟੌਪਿਕ ਜ਼ਰੂਰ ਆਉਂਦੇ ਨੇ ਸੋ ਅਸੀਂ ਬਾਅਦ ਵਾਲੇ ਟੌਪਿਕ ਸ਼ੁਰੂ ਕੀਤੇ ਸੀ ਨਾਲ ਲੱਗਦੇ ਹੱਥ ਅਸੀਂ ਆਲੋਚਨਾ ਵਾਲੇ ਟੌਪਿਕ ਵੀ ਕੰਪਲੀਟ ਜਿਹੜੇ ਹੈਗੇ ਨੇ ਕਰ ਲੈਣੇ ਸੋ ਸਭ ਤੋਂ ਪਹਿਲਾਂ ਅਸੀਂ ਪੜਾਂਗੇ ਪੰਜਾਬੀ ਲੋਚਨਾ ਦਾ ਆਰੰਭ ਕਿਸ ਤਰ੍ਹਾਂ ਹੋਇਆ ਕਹਿੰਦੇ ਵਿਸ਼ਵ ਸਾਹਿਤ ਦੇ ਪ੍ਰਸੰਗ ਵਿੱਚ ਆਲੋਚਨਾ ਦਾ ਜਨਮ ਸਾਹਿਤਕ ਕਿਰਤਾਂ ਦੇ ਤੁਲਨਾਤਮਕ ਅਧਿਐਨ ਮੁਲਾਂਕਣ ਵਿਵੇਚਨ ਤੇ ਵਿਸ਼ਲੇਸ਼ਣ ਕਰਨ ਦੇ ਸੰਕਲਪ ਦੁਆਰਾ ਹੋਇਆ ਸੀ ਆਲੋਚਨਾ ਦਾ ਆਰੰਭ ਯੂਨਾਨੀ ਚਿੰਤਕਾਂ ਨੇ ਕੀਤਾ ਪਰੰਤੂ ਯੂਨਾਨੀ ਆਲੋਚਨਾ ਦਾ ਸੰਬੰਧਿਤ ਬਹੁਤੀਆਂ ਕਿੱਤਾਂ ਗੁੰਮ-ਗੁਆਚ ਗਈਆਂ ਲੱਗਦੀਆਂ ਨੇ ਸੋ ਮੇਨ ਜਿਹੜਾ ਹੈਗਾ ਵਾ ਕਹਿੰਦੇ ਆਲੋਚਨਾ ਦਾ ਜਨਮ ਤਾਂ ਹੋਇਆ ਸੀ ਕਿ ਉਹ ਜਿਹੜੀਆਂ ਕਿਰਤਾਂ ਹੈਗੀਆਂ ਸੀ ਸਾਹਿਤਕ ਕਿਰਤਾਂ ਉਹਨਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾਵੇ ਜਾਂ ਉਹਨਾਂ ਦਾ ਮੁਲਾਂਕਣ ਕੀਤਾ ਜਾਏ ਵਿਚੇਚਨ ਜਾਂ ਵਿਸ਼ਲੇਸ਼ਣ ਕਰਨ ਦੇ ਤੌਰ ਤੇ ਸਟਾਰਟਿੰਗ ਇਹਨਾਂ ਦੀ ਹੋਈ ਸੀ ਯੂਨਾਨੀ ਚਿੰਤਕਾਂ ਦੇ ਦੁਆਰਾ ਪਰ ਉਹਨਾਂ ਦੇ ਦੁਆਰਾ ਜਿਹੜੀਆਂ ਕਿਰਤਾਂ ਗਿਆ ਸੀ ਜ਼ਿਆਦਾ ਉਹ ਗਵਾਚ ਗਈਆਂ ਲੱਗਦੀਆਂ ਨੇ ਅਰਸਤੂ ਦੀ ਪੋਇਟਿਕਸ ਨਾਟਕ ਦੇ ਵਿਸ਼ਲੇਸ਼ਣ ਤੇ ਮੁਲਾਂਕਣ ਨਾਲ ਸੰਬੰਧਿਤ ਹੈਗੀ ਹੈ ਜਦੋਂ ਕਿ ਪਲੈਟੋ ਦੀਆਂ ਧਾਰਨਾਵਾਂ ਨੂੰ ਸਾਹਿਤਕ ਆਲੋਚਨਾ ਦਾ ਨਾਮ ਦੇਣਾ ਕਹਿੰਦੇ ਕਠਿਨ ਪ੍ਰਤੀਤ ਹੁੰਦਾ ਹੈ ਰੋਮ ਵਿੱਚ ਹਾਰੇਸ ਦੀ ਆਰਸ ਪੋਇਟਿਕਾ ਅਤੇ ਸਿਸਰੋ ਦੇ ਸੰਭਾਸ਼ਣ ਸ਼ਾਸਤਰ ਨੂੰ ਆਲੋਚਨਾ ਦੀਆਂ ਮੁੱਢਲੀਆਂ ਕਿੱਤਾਂ ਮੰਨਿਆ ਜਾ ਸਕਦਾ ਹੈ ਪੁਆਇੰਟ ਨੋਟਡ ਇਹ ਵਾਲੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨੋਟ ਜ਼ਰੂਰ ਕਰੋ ਈਸਵੀ ਸਨ ਦੇ ਆਰੰਭ ਵਿੱਚ ਲੌਨਜਾਈਨਸ ਨੇ ਵਨ ਦ ਸਬਲਾਈਮ ਦੀ ਰਚਨਾ ਕਰਕੇ ਆਲੋਚਨਾ ਨੂੰ ਸਿਧਾਂਤਕ ਆਦਾਨ ਪ੍ਰਦਾਨ ਕਰਨ ਦਿੱਤਾ ਸੀ ਹੁਣ ਇਹ ਵੀ ਆ ਸਕਦਾ ਹੈ ਕਿ ਔਨ ਦੀ ਸਬਲਾਈਮ ਹੈਗਾ ਵਾ ਜਿਹੜੀ ਪੁਸਤਕ ਹੈਗੀ ਹੈ ਕਿਸ ਦੇ ਥਰੂ ਹੈਗੀ ਸੀ ਲੌਨਜਾਈਨਸ ਨੇ ਤੇ ਉਹਨੇ ਇਸ ਦੇ ਵਿੱਚ ਆਲੋਚਨਾ ਨੂੰ ਕਿਹੜਾ ਆਧਾਰ ਪ੍ਰਦਾਨ ਕੀਤਾ ਸੀ ਸਿਧਾਂਤਕ ਉਸ ਤੋਂ ਬਾਅਦ ਜਿਹੜੇ ਹੈਗੇ ਸੀ ਦਾਂਤੇ ਨੇ ਦ ਵਗੈਰੀ ਵੈਗੁਆਰੀ ਇਲੋ ਕੁਐਂਟੀਆ ਇਹ ਜਿਹੜਾ ਨਾਮ ਹੈਗਾ ਹੈ ਕਿਉਂਕਿ ਇਹ ਇਟਾਲੀਅਨ ਦੇ ਵਿੱਚ ਹੈਗਾ ਤਾਂ ਕਰਕੇ ਥੋੜਾ ਜਿਹਾ ਪ੍ਰੋਨਾਂਸ ਚ ਔਖਾ ਹੈਗਾ ਵਾ 1303 ਤੋਂ ਲੈ ਕੇ 5 ਵਿੱਚ ਕਾ ਭਾਸ਼ਾ ਦੀਆਂ ਸਮੱਸਿਆਵਾਂ ਬਾਰੇ ਆਪਣੀ ਆਲੋਚਨਾਤਮਕ ਸੰਕਲਪਾਂ ਦੀ ਉਹਨਾਂ ਨੇ ਪੇਸ਼ਕਾਰੀ ਜਿਹੜੀ ਹੈਗੀ ਸੀ ਕੀਤੀ ਸੀ ਹੁਣ ਇਹ ਜਿਹੜੀਆਂ ਗਿਆ ਨੇ ਇਨ ਸਟਾਰਟਿੰਗ ਤੇ ਜਿਨ੍ਹਾਂ ਨੇ ਆਲੋਚਨਾ ਬਾਰੇ ਸਾਨੂੰ ਕਿਤਾਬਾਂ ਦਿੱਤੀਆਂ ਸੀ ਉਹਨਾਂ ਦੀਆਂ ਸਾਰੀਆਂ ਦੱਸੀਆਂ ਗਿਆ ਨੇ ਇਸ ਤੋਂ ਇਲਾਵਾ 16ਵੀਂ ਸਦੀ ਦੇ ਵਿੱਚ ਪੱਛਮੀ ਆਲੋਚਨਾ ਦਾ ਜਿਹੜਾ ਮੂੰਹ ਮਹਾਂਦਰਾ ਕਾਫੀ ਨਿਖਰ ਗਿਆ ਮਾਲੂਮ ਹੁੰਦਾ ਹੈ ਇਸ ਪੁਨਰ ਜਾਗ੍ਰਿਤੀ ਕਾਲ ਦੇ ਵਿੱਚ ਵਿਦਾ ਦੀ ਪੋਇਟਿਕਾ ਡੂ ਬੈਲਾਏ ਦੀ ਡਿਫੈਂਸ ਐਟ ਇਲੂਸਟ੍ਰੇਸ਼ਨ ਅਤੇ ਵੇਗਾ ਦੀ ਜਿਹੜੀ ਹੈਗੀ ਹੈ ਨਿਊ ਆਰਟ ਆਫ ਮੇਕਿੰਗ ਕਾਮੇਡੀ ਆਦਿ ਕਿੱਤਾਂ ਸਾਡੇ ਸਾਹਮਣੇ ਆਈਆਂ ਨੇ ਇਸ ਤੋਂ ਇਲਾਵਾ ਇੰਗਲੈਂਡ ਵਿੱਚ ਸਿਡਨੀ ਨਾਲ ਆਲੋਚਨਾ ਦੇ ਖੇਤਰ ਵਿੱਚ ਇੱਕ ਨਵੇਂ ਜਿਹੜੇ ਹੈਗੇ ਸੀ ਯੁੱਗ ਦਾ ਆਰੰਭ ਹੋਇਆ ਇਸ ਉਪਰੰਤ ਬੈਨ ਜਾਨਸਨ ਡਰਾਈਡਨ ਤੇ ਪੋਪ ਦੀ ਰਚਨਾ ਐਨ ਐਸੇ ਔਨ ਕ੍ਰਿਟਿਸਿਜ਼ਮ ਜਿਹੜੀ ਕਿ 1117 ਨਾਲ ਪੱਛਮੀ ਆਲੋਚਨਾ ਦੀ ਪਰੰਪਰਾ ਕਾਫੀ ਪਰਪੱਕ ਹੋ ਗਈ ਹੁਣ ਇਹ ਵੀ ਯਾਦ ਰੱਖਣਾ ਹੈ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਜਾਂ ਫਿਰ ਸਿਡਨੀ ਵਿੱਚ ਇੰਗਲੈਂਡ ਵਿੱਚ ਸਿਡਨੀ ਜਿਹੜੇ ਗਿਆ ਜਿਹੜਾ ਹੈਗਾ ਵਾ ਇੱਕ ਨਾਮ ਹੈਗਾ ਹੈ ਇਸ ਤੋਂ ਇਲਾਵਾ ਅਗਰ ਕਿਤੇ ਹੋਰ ਵੀ ਫਰਾਂਸ ਹੋਇਆ ਜਾਂ ਕਿਤੇ ਹੋਰ ਟੌਪਿਕ ਦੇ ਨਾਲ ਰਿਲੇਟਡ ਇੱਥੇ ਦੱਸਿਆ ਗਿਆ ਹੈ ਤਾਂ ਉਹ ਵੀ ਜ਼ਰੂਰ ਰੱਖਿਓ ਐਂਡ ਲਰਨ ਤੇ ਜਿਹੜਾ ਕੋਈ ਦੱਸਿਆ ਹੈਗਾ ਵਾ ਕਿ ਲੇਖਕ ਕਿੱਥੋਂ ਬਿਲੋਂਗ ਕਰਦਾ ਹੈਗਾ ਵਾ ਉਹ ਵੀ ਨਾਲ ਯਾਦ ਰੱਖਣਾ ਹੈ ਆਲੋਚਨਾ ਦਾ ਸ਼ਾਬਦਿਕ ਅਰਥ ਹੈ ਕਿਸੇ ਚੀਜ਼ ਨੂੰ ਧਿਆਨ ਨਾਲ ਦੇਖਣਾ ਜਾਂ ਉਸ ਬਾਰੇ ਆਪਣੇ ਵਿਚਾਰ ਕਰਨਾ ਵਿਹਾਰਕ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿਸੇ ਵਸਤੂ ਜਾਂ ਵਿਧਾ ਬਾਰੇ ਕੁਝ ਵਿਸ਼ੇਸ਼ ਆਧਾਰਾਂ ਤੋਂ ਵਿਚਾਰ ਕਰਨਾ ਹੀ ਆਲੋਚਨਾ ਹੈ ਜਿਵੇਂ ਕੋਖ ਪੜਤਾਲ ਕਰਨੀ ਡੂੰਘਾਈ 'ਚ ਜਾ ਕੇ ਦੇਖਣਾ ਪੂਰਵ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਤੋਂ ਸਾਡਾ ਭਾਵ ਪੰਜਾਬੀ ਵਿੱਚ ਮਿਲਦੀ ਉਸ ਆਲੋਚਨਾ ਪਰੰਪਰਾ ਤੋਂ ਜੋ ਇਤਿਹਾਸਕ ਰੂਪ 'ਚ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੇ ਪ੍ਰਸਫੁੱਟਣ ਜਾਂ ਵਿਕਸਿਤ ਹੋਣ ਤੋਂ ਪਹਿਲਾਂ ਕੀਤੀ ਗਈ ਸੀ ਸੋ ਅਗਰ ਪੰਜਾਬੀ ਦੇ ਵਿੱਚ ਦੇਖਿਆ ਜਾਵੇ ਤਾਂ ਪੂਰਵ ਪ੍ਰਗਤੀਵਾਦੀ ਆਲੋਚਨਾ ਦਾ ਮਤਲਬ ਹੈਗਾ ਵਾ ਕਿ ਪ੍ਰਗਤੀਵਾਦੀ ਆਲੋਚਨਾ ਤੋਂ ਪਹਿਲਾਂ ਦੀ ਜਿਹੜੀ ਆਲੋਚਨਾ ਮੰਨੀ ਜਾਂਦੀ ਹੈ ਪੰਜਾਬੀ ਵਿੱਚ ਪ੍ਰਗਤੀਵਾਦੀ ਆਲੋਚਨਾ ਦੀ ਪਰੰਪਰਾ ਇੰਨੀ ਬਲੀਵਾਨ ਰਹੀ ਹੈ ਕਿ ਇਸ ਤੋਂ ਪਹਿਲਾਂ ਤੇ ਪਿੱਛੋਂ ਕੀਤੀ ਗਈ ਆਲੋਚਨਾ ਆਕਾਰ ਤੇ ਪ੍ਰਕਾਰ ਵਿੱਚ ਕਿਸੇ ਵੀ ਤਰ੍ਹਾਂ ਵੀ ਇਸੇ ਦੇ ਤੁਲ ਜਿਹੜੀ ਹੈਗੀ ਨਹੀਂ ਤੁਲਦੀ
ਬਾਕੀ ਜਿਹੜੀਆਂ ਹੈਗੀਆਂ ਨੇ ਤਾਂ ਵੀ ਹੋਈਆਂ ਨੇ, ਰਚਨਾਵਾਂ ਦਾ ਅਧਿਐਨ ਹੋਇਆ ਨੇ, ਆਲੋਚਨਾਵਾਂ ਕੀਤੀਆਂ ਗਈਆਂ ਨੇ, ਪਰ ਜੋ ਟਾਈਮ ਪ੍ਰਗਤੀਵਾਦ ਆਲੋਚਨਾ ਨੂੰ ਦਿੱਤਾ ਗਿਆ ਉਹ ਕਿਸੇ ਹੋਰ ਨੂੰ ਨਹੀਂ ਮਿਲਿਆ। ਸਿੱਟੇ ਵਜੋਂ ਇਹਨਾਂ ਦੋਹਾਂ ਆਲੋਚਨਾਤਮਕ ਪਰੰਪਰਾਵਾਂ ਨੂੰ ਪੂਰਵ ਪ੍ਰਗਤੀਵਾਦੀ ਤੇ ਰੁਕੋ ਇੱਕ ਮਿੰਟ ਅਤੇ ਉੱਤਰ ਪ੍ਰਗਤੀਵਾਦੀ ਆਲੋਚਨਾ ਅਸੀਂ ਕਹਿ ਸਕਦੇ ਹਾਂ, ਤੇ ਇਸ ਦੇ ਸਰੂਪ ਤੇ ਵਿਸ਼ੇਸ਼ਤਾਵਾਂ ਦਾ ਅਧਿਐਨ ਜਿਹੜਾ ਹੈਗਾ ਤਾਂ ਕੀਤਾ ਜਾ ਸਕਦਾ ਹੈ। ਭਾਵੇਂ ਅਜਿਹੀ ਵਿਧੀ ਨੂੰ ਅਪਣਾਇਆ ਕੁਝ ਇੱਕ ਆਲੋਚਕਾਂ ਨਾਲ ਬੇਇਨਸਾਫੀ ਵੀ ਹੋ ਸਕਦੀ ਹੈ, ਕਿਉਂਕਿ ਜਿਹੜੇ ਆਲੋਚਕ ਪ੍ਰਗਤੀਵਾਦੀ ਦੌਰ ਦੇ ਸਮਾਨਾਂਤਰ ਗੈਰ ਪ੍ਰਗਤੀਵਾਦੀ ਵਿਧੀਆਂ ਦੁਆਰਾ ਆਲੋਚਨਾ ਕਰਦੇ ਰਹੇ ਹਨ, ਉਹ ਅਣਗੌਲੇ ਰਹਿ ਜਾਣਗੇ। ਮਤਲਬ ਜਿਨ੍ਹਾਂ ਨੇ ਪ੍ਰਗਤੀਵਾਦੀ ਜਿਹੜਾ ਦੌਰ ਹੈਗਾ ਸੀ ਉਸ ਟਾਈਮ ਉਹਨਾਂ ਨੇ ਜੇਕਰ ਦੂਸਰੀਆਂ ਰਚਨਾਵਾਂ ਵਿਧੀਆਂ ਦਾ ਨੂੰ ਲੈ ਕੇ ਆਲੋਚਨਾਵਾਂ ਕੀਤੀਆਂ ਨੇ, ਕਹਿੰਦੇ ਜੇਕਰ ਅਸੀਂ ਉਹਨਾਂ ਦਾ ਨਾਮ ਨਹੀਂ ਲਵਾਂਗੇ ਤਾਂ ਉਹ ਜਿਹੜੇ ਆਲੋਚਕ ਹੈ ਅਣਗੌਲੇ ਰਹਿ ਜਾਣਗੇ ਤੇ ਉਹਨਾਂ ਦਾ ਕੋਈ ਮੁਲਾਂਕਣ ਨਹੀਂ ਹੋਏਗਾ ਉਹਨਾਂ ਦੇ ਜਿਹੜਾ ਕੰਮ ਕੀਤਾ ਹੈ। ਪਰੰਤੂ ਪੂਰਵ ਸ਼ਬਦ ਦੀ ਇਤਿਹਾਸਿਕ ਸੀਮਾ ਨੂੰ ਦ੍ਰਿਸ਼ਟੀ 'ਚ ਰੱਖਦੇ ਹੋਏ ਅਸੀਂ ਕੇਵਲ ਉਹਨਾਂ ਆਲੋਚਕਾਂ ਦੀ ਕਾਰਜਵਿਧੀ ਬਾਰੇ ਹੀ ਚਰਚਾ ਕਰਾਂਗੇ ਜਿਹੜੇ ਪ੍ਰੋਫੈਸਰ ਸੰਤ ਸਿੰਘ ਸੇਖੋਂ ਤੇ ਹੋਰ ਪ੍ਰਗਤੀਵਾਦੀ ਆਲੋਚਕਾਂ ਤੋਂ ਪਹਿਲਾਂ ਇਸ ਖੇਤਰ 'ਚ ਕਰਮਸ਼ੀਲ ਹੋਏ ਨੇ। ਇੱਥੇ ਗੱਲ ਕੀਤੀ ਹੈ ਪਹਿਲੋਂ ਦੀ ਪ੍ਰਗਤੀਵਾਦੀ ਜਾਣੀ ਕਿ ਪ੍ਰਗਤੀਵਾਦ ਤੋਂ ਪਹਿਲਾਂ ਦਾ ਟਾਈਮ ਤੇ ਪ੍ਰਗਤੀਵਾਦ, ਤਾਂ ਇਹਨਾਂ ਨੇ ਕਿਹਾ ਹੈਗਾ ਵਾ ਕਿ ਪ੍ਰਗਤੀਵਾਦ ਜਿਹੜੀ ਹੈਗੀ ਸੀ ਉਸ ਦਾ ਟਾਈਮ ਜਿਹੜਾ ਕਾਫੀ ਜ਼ਿਆਦਾ ਸੀ, ਪਰ ਇਹ ਨਹੀਂ ਕਹਿ ਸਕਦੇ ਹੈਗੇ ਕਿ ਜੇਕਰ ਉਸ ਸਮੇਂ ਹੋਰ ਕੋਈ ਵਿਧੀਆਂ ਯੂਜ਼ ਕੀਤੀਆਂ ਗਈਆਂ ਨੇ ਤਾਂ ਅਸੀਂ ਉਹਨਾਂ ਦਾ ਨਾਮ ਨਹੀਂ ਲੈਣਾ। ਜੇਕਰ ਉਹਨਾਂ ਦਾ ਨਾਮ ਵੀ ਲਵਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਉਹਨਾਂ ਨੇ ਕਿਹੜੀਆਂ ਚੀਜ਼ਾਂ ਇੱਥੇ ਯੂਜ਼ ਕੀਤੀਆਂ ਸੀ ਜਾਂ ਕੀ ਉਹਨਾਂ ਦਾ ਇੱਥੇ ਕੰਮ ਸੀ। ਹੁਣ ਪੰਜਾਬੀ ਵਿੱਚ ਆਲੋਚਨਾਤਮਕ ਪ੍ਰਵਿਰਤੀ ਦਾ ਆਰੰਭ ਕਿਵੇਂ ਹੋਇਆ? ਸਭ ਨੂੰ ਪਤਾ ਹੈਗਾ ਵਾ ਕਿ ਆਲੋਚਨਾਤਮਕ ਪ੍ਰਵਿਰਤੀ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਕਵਿਤਵ ਦੇ ਨਾਲ ਹੀ ਹੋ ਜਾਂਦਾ ਹੈ। ਗੁਰੂ ਜੀ ਕਾਵਿ ਕਰਮ ਦੀ ਮਰਿਆਦਾ ਤੇ ਪ੍ਰਭਾਵ ਬਾਰੇ ਪੂਰਨ ਤੌਰ ਤੇ ਕੀ ਗਏ ਸੀ ਚੇਤਨ ਸਨ, ਤੇ ਆਪਣੇ ਆਪ ਨੂੰ ਉਹ ਨਾਨਕ ਇੱਥੇ ਸ਼ਾਇਰ ਹੈਗੇ ਨੇ ਕਹਿਣ ਵਿੱਚ ਗੌਰਵ ਮਹਿਸੂਸ ਕਰਦੇ ਸਨ। ਇਸ ਤਰ੍ਹਾਂ ਆਪ ਵਿਅਕਤੀ ਦੇ ਸਾਰੇ ਕਰਮਾਂ ਨੂੰ ਪਰਮਾਤਮਾ ਦੇ ਹੁਕਮ ਦਾ ਪ੍ਰਤਾਪ ਮੰਨਦੇ ਸੀ। ਇਸ ਤਰ੍ਹਾਂ ਆਪ ਨੇ ਆਪਣੇ ਕਾਵਿ ਕਰਮ ਨੂੰ ਵੀ ਪਰਮਾਤਮਾ ਦੇ ਆਦੇਸ਼ ਦਾ ਨਾਮ ਹੀ ਜਿਹੜਾ ਦਿੱਤਾ ਸੀ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਹੈਗਾ ਵਾ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਜਿਹੜੇ ਹੈਗੇ ਸੀ ਸਟਾਰਟਿੰਗ ਸਾਡੀ ਉਹਨਾਂ ਤੋਂ ਹੀ ਹੁੰਦੀ ਹੈ ਤੇ ਉਹਨਾਂ ਦੇ ਕਵਿਤਵ ਦੇ ਨਾਲ ਹੁੰਦੀ ਹੈ। ਉਹਨਾਂ ਦਾ ਇਹ ਮੰਨਣਾ ਹੈਗਾ ਸੀ ਕਿ ਹਰ ਇੱਕ ਚੀਜ਼ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਹੁੰਦੀ ਹੈ ਤੇ ਉਹਨਾਂ ਨੇ ਜਿਹੜੀ ਰਚਨਾ ਕੀਤੀ ਹੈ ਤੇ ਉਹ ਵੀ ਉਹਨਾਂ ਦੇ ਹੁਕਮ ਦੇ ਨਾਲ ਹੀ ਹੈਗੀ ਹੈ। ਬਾਬਰ ਬਾਣੀ ਵਾਲੇ ਇੱਕ ਸ਼ਬਦ ਵਿੱਚ ਆਪ ਨੇ ਫਰਮਾਇਆ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਅਧਿਆਤਮਕ ਕਾਵਿ ਸ਼ਾਸਤਰ ਨੂੰ ਜਨਮ ਦੇ ਰਹੇ ਸਨ। ਉਹਨਾਂ ਦੀਆਂ ਜੜ੍ਹਾਂ ਪੰਜਾਬੀ ਤੇ ਭਾਰਤੀ ਸੱਭਿਆਚਾਰ 'ਚ ਬਹੁਤ ਡੂੰਘੀਆਂ ਗੱਡੀਆਂ ਹੋਈਆਂ ਸਨ। ਗੁਰੂ ਨਾਨਕ ਦੇਵ ਜੀ ਦੇ ਕਾਵਿ ਸ਼ਾਸਤਰ ਦਾ ਇੱਕ ਹੋਰ ਉਲੇਖਣਯੋਗ ਪੱਖ ਪੰਜਾਬੀ ਭਾਸ਼ਾ ਦੀ ਵਰਤੋਂ ਉੱਪਰ ਉਹਨਾਂ ਨੇ ਜ਼ੋਰ ਦਿੱਤਾ ਸੀ। ਬੇਸ਼ੱਕ ਆਪ ਫਾਰਸੀ ਤੇ ਸੰਸਕ੍ਰਿਤ ਆਦਿਕ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਸੀ, ਪਰੰਤੂ ਆਪ ਪੰਜਾਬੀ ਭਾਸ਼ਾ ਨੂੰ ਛੱਡ ਕੇ ਫਾਰਸੀ ਦਾ ਪ੍ਰਯੋਗ ਕਰਨ ਵਾਲਿਆਂ ਨੂੰ ਦੀ ਜ਼ਬਰਦਸਤ ਆਲੋਚਨਾ ਕਰਦੇ ਸੀ। ਸੋ ਮੇਨ ਇੱਕ ਤਾਂ ਉਹਨਾਂ ਨੇ ਆਲੋਚਨਾ ਕੀਤੀ ਸੀ, ਸੈਕਿੰਡ ਉਹਨਾਂ ਦਾ ਮੇਨ ਇੱਕ ਮਕਸਦ ਹੈਗਾ ਸੀ ਕਿ ਪੰਜਾਬੀ ਭਾਸ਼ਾ ਦੇ ਨਾਲ ਜੁੜਨਾ। ਆਪ ਦਾ ਵਿਚਾਰ ਸੀ ਕਿ ਆਪਣੀ ਮਾਂ ਬੋਲੀ ਉੱਪਰ ਪਹਿਰਾ ਦੇਣ ਵਾਲਾ ਵਿਅਕਤੀ ਹੀ ਇੱਕ ਪ੍ਰਮਾਣਿਕ ਲੇਖਕ ਹੋ ਸਕਦਾ ਹੈ ਜੋ ਉਸਨੂੰ ਬਚਾਉਂਦਾ ਹੈ। ਫਾਰਸੀ ਬੋਲਣ ਵਾਲੇ ਲੋਕਾਂ ਲਈ ਆਪ ਨੇ ਅਪਾਖਿਆ ਸ਼ਬਦ ਜਿਹੜਾ ਹੈਗਾ ਸੀ ਪ੍ਰਯੋਗ ਕੀਤਾ ਸੀ। ਬਾਅਦ ਵਿੱਚ ਹੋਰ ਸਿੱਖ ਗੁਰੂਆਂ ਤੇ ਗੁਰਮਤਿ ਧਾਰਾ ਨਾਲ ਸੰਬੰਧਿਤ ਕਵੀਆਂ ਨੇ ਵੀ ਇਸੇ ਸ਼ਾਸਤਰ ਨੂੰ ਹੋਰ ਵਿਸਤਾਰ ਜਿਹੜਾ ਦਿੱਤਾ ਸੀ। ਜਿਵੇਂ ਭਾਈ ਵੀਰ ਸਿੰਘ ਆਪਣੀ ਕਵਿਤਾ ਵਿੱਚ ਕਾਵਿ ਸੌਂਦਰਯ ਨੂੰ ਪਰਿਭਾਸ਼ਿਤ ਕਰਦੇ ਲਿਖਦੇ ਨੇ ਕਿ ਕਵਿਤਾ ਦੀ ਸੁੰਦਰਤਾਈ ਉੱਚੇ ਨਛੱਤਰੀ ਵਸਦੀ, ਆਪਣੇ ਸੰਗੀਤ ਲਹਿਰੇ ਆਪੇ ਪ੍ਰਕਾਸ਼ ਲਸਦੀ। ਸੋ ਮੇਨ ਇੱਥੇ ਉਹਨਾਂ ਨੇ ਭਾਸ਼ਾ ਦੇ ਉੱਤੇ ਜ਼ੋਰ ਦਿੱਤਾ ਸੀ। ਸੋ ਨੈਕਸਟ ਆਇੰਦਾ ਹੈਗਾ ਸਾਡੇ ਕੋਲ ਕਿ ਕਿੱਸਾ ਕਾਵਿ ਦੇ ਵਿੱਚ ਆਲੋਚਨਾਤਮਕ ਟਿੱਪਣੀਆਂ ਦੇ ਬਾਰੇ ਕੀ ਗੱਲ ਕੀਤੀ ਗਈ ਹੈ। ਇੱਕ ਤਾਂ ਸਾਡੇ ਕੋਲ ਕਿੱਸਾ ਕਾਵਿ ਦੇ ਵਿੱਚ ਵੀ ਕਾਫੀ ਮਿਲਦੇ ਗਏ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਵੀ ਆਪਣਾ ਇੱਕ ਕੰਟਰੀਬਿਊਸ਼ਨ ਦਿੱਤਾ ਸੀ ਆਲੋਚਨਾ ਦੇ ਵਿੱਚ ਗੁਰੂਆਂ ਤੋਂ ਬਾਅਦ। ਪੰਜਾਬੀ ਦੇ ਕੁਝ ਕਿੱਸਾ ਕਵੀਆਂ ਨੇ ਆਪਣੇ ਪੂਰਵਕਾਲੀ ਕਿੱਸਾ ਕਵੀਆਂ ਦੀ ਪ੍ਰਤਿਭਾ ਬਾਰੇ ਆਪਣੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੁਝ ਆਲੋਚਨਾਤਮਕ ਟਿੱਪਣੀਆਂ ਵੀ ਉਹਨਾਂ ਨੇ ਇੱਥੇ ਦਰਜ ਕੀਤੀਆਂ ਸੀ। ਇਹ ਟਿੱਪਣੀਆਂ ਜਿਹੜੀਆਂ ਹੈਗੀਆਂ ਸੀ ਪ੍ਰਭਾਵਵਾਦੀ ਆਲੋਚਨਾ ਦੇ ਆਰੰਭ ਦੀ ਸੂਚਕ ਹਨ। ਇਹ ਜਿਹੜੀ ਹੈਗੀ ਸੀ ਆਲੋਚਨਾ, ਇਹ ਪਹਿਲੋਂ ਦੀ ਆਲੋਚਨਾ ਜਿਹੜੀ ਮੰਨੀ ਜਾਂਦੀ ਹੈਗੀ ਜਦੋਂ ਸਾਡੀ ਆਲੋਚਨਾ ਸਿਧਾਂਤਕ ਤੌਰ ਤੇ ਨਹੀਂ ਵਿਕਸਿਤ ਹੋਈ ਸੀ। ਉਸ ਤੋਂ ਪਹਿਲੋਂ ਦੀ ਜਿਹੜੀ ਆਲੋਚਨਾ ਸਾਨੂੰ ਮਿਲਦੀ ਉਸਨੂੰ ਅਸੀਂ ਪ੍ਰਭਾਵਵਾਦੀ ਆਲੋਚਨਾ ਦੇ ਅੰਡਰ ਰੱਖਦੇ ਹਾਂ। ਇਹਨਾਂ ਟਿੱਪਣੀਆਂ ਤੋਂ ਪਤਾ ਚੱਲਦਾ ਹੈ ਕਿ ਸਾਡੇ ਮੱਧਕਾਲੀਨ ਕਵੀਆਂ ਨੂੰ ਉੱਤਮ ਕਾਵਿ ਦੇ ਗੁਣ ਲੱਛਣਾਂ ਦੀ ਇੱਕ ਭਰਪੂਰ ਜਾਣਕਾਰੀ ਸੀ। ਅਹਿਮਦ ਯਾਰ ਸੋਜ਼ ਯਾਨੀ ਕਿ ਪੀੜਾ ਨੂੰ ਉੱਤਮ ਕਾਵਿ ਦਾ ਪ੍ਰਮੁੱਖ ਲੱਛਣ ਮੰਨਦਾ ਹੈ। ਪੁਆਇੰਟ ਨੋਟਡ। ਇਹ ਵਾਲਾ ਕਾਫੀ ਜ਼ਿਆਦਾ ਨੂੰ ਪਤਾ ਹੈਗਾ ਕਿਉਂਕਿ ਇਹ ਤੁਸੀਂ ਕਈ ਵਾਰੀ ਜਾਂ ਕਈ ਜਗ੍ਹਾ ਦੇ ਉੱਤੇ ਇਹਨਾਂ ਦੇ ਬਾਰੇ ਵੀ ਪੜ੍ਹਿਆ ਹੈਗਾ ਵਾ। ਸੋ ਸੋਜ਼ ਕਿਹੜੇ ਕਾਵਿ ਦਾ ਇੱਕ ਉੱਤਮ ਲੱਛਣ ਮੰਨਦੇ ਸੀ, ਇਹ ਮੈਂ ਵੀ ਕਿਤੇ ਕਰਵਾਇਆ, ਮੈਨੂੰ ਯਾਦ ਨਹੀਂਗਾ। ਬਹੁਤ ਚੀਜ਼ਾਂ ਕਰਵਾਈਆਂ ਹੋਈਆਂ ਨੇ, ਹਜੇ ਤੱਕ ਯਾਦ ਨਹੀਂ ਕਿੱਥੋਂ ਕਰਵਾਈਆਂ ਨੇ।
ਅੱਗੇ ਦੇਖੋ ਕਹਿੰਦੇ ਇਸ ਸੂਰਤ ਵਿੱਚ ਉਹਨਾਂ ਦੀ ਧਾਰਨਾ 19ਵੀਂ ਸਦੀ ਦੇ ਪ੍ਰਸਿੱਧ ਰੋਮਾਂਟਿਕ ਕਵੀ ਸ਼ੈਲੇ ਦੇ ਵਿਚਾਰਾਂ ਦੇ ਨਾਲ ਮੇਚੀ ਜਾ ਸਕਦੀ ਹੈ। ਅਹਿਮਦ ਯਾਰ ਜਿਹੜੇ ਹੈਗੇ ਸੀ ਉਹ ਦੁਹਰਾਓ ਤੇ ਬੇਲੋੜੇ ਵਿਸਤਾਰ ਨੂੰ ਇੱਕ ਕਮਜ਼ੋਰੀ ਦਾ ਨਾਮ ਦਿੰਦਾ ਹੋਇਆ ਵਾਰਿਸ ਸ਼ਾਹ ਵਰਗੇ ਵਿਖਿਆਤ ਤੇ ਸ਼੍ਰੋਮਣੀ ਕਵੀ ਦੀ ਆਲੋਚਨਾ ਕਰ ਜਾਂਦਾ ਹੈ। ਗੱਲ ਉੱਥੇ ਆ ਗਈ, ਮਤਲਬ ਉਹਨਾਂ ਨੇ ਨਾਮ ਡਾਇਰੈਕਟ ਨਹੀਂ ਲਿਆ ਪਰ ਉਹਨਾਂ ਨੇ ਇਹ ਗੱਲ ਕਹਿ ਕੇ ਉਹਨਾਂ ਦੀ ਇੱਕ ਤਰੀਕੇ ਦੇ ਨਾਲ ਆਲੋਚਨਾ ਕਰ ਦਿੱਤੀ। ਮੁਹੰਮਦ ਬਖਸ਼ ਗੁੱਜੀ ਰਮਜ ਯਾਨੀ ਕਿ ਪ੍ਰਤੀਕਾਂ ਨੂੰ ਉੱਤਮ ਕਾਵਿ ਦੀ ਕਸੌਟੀ ਮੰਨਦੇ ਨੇ। ਇਹ ਵੀ ਪੁਆਇੰਟ ਨੋਟ ਕਰਿਓ। ਉਹ ਇਹ ਜਾਣਦਾ ਹੈ ਕਿ ਦੁਨੀਆ ਵਿੱਚ ਕਾਵਿ ਕਰਮ ਨੂੰ ਮੰਨਣ ਵਾਲੇ ਸੰਵੇਦਨਸ਼ੀਲ ਤੇ ਕਦਰਦਾਨ ਪਾਠਕਾਂ ਦੀ ਗਿਣਤੀ ਸਦਾ ਥੋੜੀ ਹੀ ਜਿਹੜੀ ਰਹਿੰਦੀ ਹੈ। ਹਾਮਦ ਜਿਹੜੇ ਹੈਗੇ ਸੀ ਉਹ ਫਾਰਸੀ ਦੀ ਬਜਾਏ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਵਿ ਸਿਰਜਣਾ ਦਾ ਮੁੱਦਈ ਹੈ। ਇਹਨਾਂ ਕਵੀਆਂ ਨੇ ਆਪਣੇ ਆਪਣੇ ਕਿੱਸਿਆਂ ਦੇ ਆਰੰਭ ਵਿੱਚ ਆਪਣੇ ਆਲੋਚਨਾਤਮਕ ਪ੍ਰਤਿਮਾਨਾਂ ਨੂੰ ਦਰਜ ਕੀਤਾ ਹੈ। ਕਿੱਸਿਆਂ ਦੇ ਆਰੰਭ ਵਿੱਚ ਉਹਨਾਂ ਨੇ ਤੁਸੀਂ ਦੇਖੋ ਜਦੋਂ ਉੱਥੇ ਗੱਲ ਕਿਸੇ ਹੋਰ ਦੀ ਆ ਜਾਂਦੀ ਨਾ ਕਿ ਉਹਨਾਂ ਨੇ ਇਹ ਚੀਜ਼ਾਂ ਯੂਜ਼ ਕੀਤੀਆਂ ਇਹ ਚੀਜ਼ਾਂ ਨਹੀਂ, ਤਾਂ ਗੱਲ ਉੱਥੇ ਇੱਕ ਟਿੱਪਣੀ ਦੀ ਵੀ ਆ ਜਾਂਦੀ, ਉਹਨਾਂ ਨੇ ਇੱਕ ਉਹਨਾਂ ਦੀ ਆਲੋਚਨਾ ਵੀ ਕਰ ਦਿੱਤੀ ਹੈ। ਜਿਵੇਂ ਹੁਣ ਉਹਨਾਂ ਨੇ ਡਾਇਰੈਕਟ ਵੇ ਦੇ ਵਿੱਚ ਨਹੀਂ ਕਿਹਾ, ਇਨਡਾਇਰੈਕਟ ਵੇ ਦੇ ਵਿੱਚ ਉਹਨਾਂ ਨੇ ਇੱਥੇ ਗੱਲ ਕਹਿ ਦਿੱਤੀ ਹੈਗੀ ਹੈ, ਤਾਂ ਕਰਕੇ ਉੱਥੇ ਵਾਰਿਸ ਸ਼ਾਹ ਦੀ ਉਹਨਾਂ ਨੇ ਗੱਲ ਕਰ ਦਿੱਤੀ ਹੈ। ਇਸ ਤੋਂ ਇਲਾਵਾ ਮੁਹੰਮਦ ਬਖਸ਼ ਉਹਨਾਂ ਨੇ ਇਸ ਚੀਜ਼ਾਂ ਨੂੰ ਆਪਣੀ ਉੱਤਮ ਕਾਵਿ ਦੀ ਕਸੌਟੀ ਮੰਨਿਆ। ਸੋ ਮੀਨਸ ਉਹਨਾਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਹੈਗੀਆਂ ਸੀ ਉਹਨਾਂ ਦੇ ਆਰੰਭ ਵਿੱਚ ਆਪਣੇ ਆਲੋਚਨਾਤਮਕ ਪ੍ਰਤਿਮਾਨਾਂ ਨੂੰ ਵੀ ਦਰਜ ਕੀਤਾ ਸੀ। ਜਿਵੇਂ ਇੱਥੇ ਫॉर ਐਗਜ਼ਾਮਪਲ ਹਾਫਿਜ਼ ਬਰਖੁਦਾਰ ਬਾਰੇ ਦੱਸਿਆ, ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰਪੁਰ ਕਰੇ, ਜਿਹਨੂੰ ਪੰਜ ਪੀਰਾਂ ਦੀ ਥਾਪਨਾ ਤੇ ਕੰਦੀ ਦਸਤਤ ਨੇ। ਇਸੇ ਤਰ੍ਹਾਂ ਟਿੱਪਣੀਆਂ ਕੁਝ ਹੋਰ ਕਿੱਸਾ ਕਵੀਆਂ ਜਿਵੇਂ ਫਜ਼ਲ ਸ਼ਾਹ ਤੇ ਹਾਸ਼ਮ ਆਦਿ ਬਾਰੇ ਵੀ ਸਾਨੂੰ ਮਿਲਦੀਆਂ ਨੇ। ਇਹਨਾਂ ਕਵੀਆਂ ਨੇ ਕਾਵਿ ਦੀ ਉੱਤਮਤਾ ਬਾਰੇ ਆਪਣੇ ਕੁਝ ਵਿਸ਼ੇਸ਼ ਮਾਪਦੰਡ ਵੀ ਬਣਾਏ ਨੇ ਕਿ ਕਵਿਤਾ ਵਿੱਚ ਕੀ ਜਿਹੜੀ ਚੀਜ਼ ਹੈਗੀ ਆ ਉੱਤਮ ਹੋਣੀ ਚਾਹੀਦੀ ਹੈ। ਵਾਰਿਸ ਸ਼ਾਹ ਛੰਦ ਪ੍ਰਬੰਧ ਦੀ ਪ੍ਰਵੀਨਤਾ ਤੇ ਸ਼ਿਲਪ ਦੀ ਨਵੀਨਤਾ ਨੂੰ ਆਪਣੀ ਰਚਨਾ ਦੇ ਮੀਰੀ ਜਿਹੜੇ ਹੈਗੇ ਸੀ ਗੁਣ ਉਹ ਇੱਥੇ ਦੱਸਦੇ ਨੇ। ਇੱਥੇ ਹਾਂ, ਇਸ ਤੋਂ ਇਲਾਵਾ ਕਹਿੰਦੇ ਹੈਗੇ ਨੇ ਕਿ ਹਾਮਦ ਜਿਹੜੇ ਹੈਗੇ ਸੀ ਉਹ ਪੰਜਾਬੀ ਜ਼ੁਬਾਨ ਦੀਆਂ ਵਿਲੱਖਣ ਰੂੜੀਆਂ ਜਿਹੜੀਆਂ ਹੈਗੀਆਂ ਸੀ ਉਹਨਾਂ ਦੇ ਪ੍ਰਯੋਗ ਨੂੰ ਕੀ ਮੰਨਦੇ ਹੈਗੇ ਸੀ, ਆਪਣੇ ਕਿੱਸੇ ਦੇ ਸੰਜਰਾਮ ਤੱਕ ਉਹ ਪਹੁੰਚਾਉਣਾ ਲੋਚਦਾ ਹੈ। ਇੰਜ ਇਹ ਸਾਰੇ ਕਵੀ ਪੰਜਾਬੀ ਕਿੱਸਾ ਕਾਵਿ ਦੇ ਇੱਕ ਕਾਵਿ ਸ਼ਾਸਤਰ ਦੀ ਸਿਰਜਣਾ ਲਈ ਪ੍ਰਯਤਨਸ਼ੀਲ ਹੈ ਤੇ ਇਹਨਾਂ ਕਵੀਆਂ ਨੇ ਪੰਜਾਬੀ ਵਿੱਚ ਰਚੇ ਗਏ ਕਿੱਸਿਆਂ ਦਾ ਤੁਲਨਾਤਮਕ ਅਧਿਐਨ ਕਰ ਰੱਖਿਆ ਸੀ। ਇਹ ਵਾਲੇ ਟੌਪਿਕ ਜਦੋਂ ਅਸੀਂ ਕਰ ਲਾਂਗੇ ਨਾ ਸਾਰਾ ਸਿਲੇਬਸ, ਉਸ ਤੋਂ ਬਾਅਦ ਐਕਸਟਰਾ ਟੌਪਿਕ ਕਈ ਜਿਹੜੇ ਹੋਣਗੇ ਆਲੋਚਨਾ ਵਾਲੇ ਵੱਖ-ਵੱਖ ਕਿਤਾਬਾਂ ਤੋਂ ਉਹ ਮੈਂ ਹੋਰ ਪਾਵਾਂਗੀ, ਚਾਹੇ ਰਿਪੀਟ ਦੇ ਉੱਤੇ ਹੀ ਕਿਉਂ ਨਾ ਕਰਵਾਵਾਂ, ਕਿਉਂਕਿ ਅਸੀਂ ਇੱਕ ਕਿਤਾਬ ਦੇ ਉੱਤੋਂ ਪੜ੍ਹਨਾ ਨਹੀਂ ਹੈ, 4-5 ਕਿਤਾਬਾਂ ਤੋਂ ਪੜ੍ਹਨੀਆਂ ਨੇ, ਤਾਂ ਕਰਕੇ ਹਰ ਇੱਕ ਜਿਹੜਾ ਮਟੀਰੀਅਲ ਇੱਥੇ ਕਰਵਾਵਾਂਗੀ। ਇਹ ਜਿਹੜਾ ਹੈਗਾ ਥੋੜਾ ਜਿਹਾ ਈਜ਼ੀ ਦੇ ਵਿੱਚ ਚੱਲਦਾ ਪਿਆ ਹੈਗਾ। ਅੱਗੇ ਦੇਖੋ ਹੁਣ ਪੰਜਾਬੀ ਦੇ ਮੁੱਢਲੇ ਵਿਧੀਵਤ ਆਲੋਚਕ ਕਿਹੜੇ ਹੈਗੇ ਸੀ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਪੰਜਾਬੀ ਦੀ ਵਿਧੀਵਤ ਆਲੋਚਨਾ ਦੀ ਇੱਕ ਰੂਪਰੇਖਾ ਤਿਆਰ ਹੋਣ ਲੱਗੀ ਸੀ। ਇਸ ਪਰੰਪਰਾ ਦੇ ਨਿਰਮਾਣ 'ਚ ਬਾਬਾ ਬੁੱਧ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਡਾਕਟਰ ਮੋਹਨ ਸਿੰਘ ਦੀਵਾਨਾ, ਰੋਸ਼ਨ ਲਾਲ ਅਹੂਜਾ, ਗਿਆਨੀ ਸ਼ੇਰ ਸਿੰਘ, ਹਰਦਿਆਲ ਸਿੰਘ, ਸੁਰਿੰਦਰ ਸਿੰਘ ਕੋਹਲੀ ਤੇ ਸੁਰਿੰਦਰ ਸਿੰਘ ਨਰੂਲਾ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਹਨਾਂ ਆਲੋਚਕਾਂ ਨੇ ਪੰਜਾਬੀ ਸਾਹਿਤ ਨੂੰ ਵੱਖ-ਵੱਖ ਕਾਲਾਂ 'ਚ ਵੰਡ ਕੇ ਪ੍ਰਵਿਰਤੀਆਂ ਦੀ ਦ੍ਰਿਸ਼ਟੀ ਤੋਂ ਇਹਨਾਂ ਦਾ ਇਤਿਹਾਸਿਕ ਸਰਵੇਖਣ ਕੀਤਾ ਤੇ ਸਾਹਿਤ ਆਲੋਚਨਾ ਨਾਲ ਸੰਬੰਧਿਤ ਕੁਝ ਸਵਾਲ ਪੁੱਛੇ। ਜਿਵੇਂ ਮੇਨ ਸਭ ਤੋਂ ਪਹਿਲਾਂ ਸਵਾਲ ਆਉਂਦਾ ਹੈ ਸਾਹਿਤ ਕੀ ਹੈ। ਸਾਹਿਤ ਰੂਪਾਂ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਜਿਨ੍ਹਾਂ ਦੇ ਆਧਾਰ ਤੇ ਇੱਕ ਸਾਹਿਤ ਨੂੰ ਦੂਜੇ ਸਾਹਿਤ ਰੂਪ ਨਾਲੋਂ ਇੱਕ ਨਿਖੇੜਿਆ ਜਾਂਦਾ ਹੈ। ਸਾਹਿਤ ਦਾ ਜੋ ਸ਼ਾਬਦਿਕ ਮਾਧਿਅਮ ਹੈ ਦੂਸਰੇ ਕਲਾ ਰੂਪਾਂ ਨਾਲੋਂ ਉਸਦਾ ਕੀ ਅੰਤਰ ਹੈ। ਇੱਕ ਕਲਾ ਰੂਪ ਆਪਣੇ ਮਾਧਿਅਮ ਦੁਆਰਾ ਕਿਵੇਂ ਅਭਿਵਿਅਕਤ ਹੁੰਦਾ ਹੈ ਐਕਸੈਟਰਾ। ਇਸ ਤਰੀਕੇ ਦੇ ਨਾਲ ਉਹਨਾਂ ਨੇ ਕੁਐਸਚਨ ਪੁੱਟ ਕੀਤੇ ਸੀ ਤੇ ਉਹਨਾਂ ਦੇ ਜਵਾਬ ਵੀ ਲੱਭੇ ਸੀ। ਕਿਉਂਕਿ ਪ੍ਰਗਤੀਵਾਦੀ ਧਾਰਾ ਤੋਂ ਪਹਿਲਾਂ ਪੰਜਾਬੀ ਆਲੋਚਨਾ ਕਿਸੇ ਸੰਕਲਪਾਤਮਕ ਪ੍ਰਣਾਲੀ ਤੇ ਆਧਾਰਿਤ ਵਿਧੀ ਦੀ ਪੈਦਾਵਾਰ ਨਹੀਂ ਸੀ। ਮਤਲਬ ਜਿਵੇਂ ਪਹਿਲਾਂ ਦੱਸਿਆ ਸੀ ਕਿ ਅਸੀਂ ਉਸ ਤਰੀਕੇ ਦੀ ਵਿਧੀ ਸਾਨੂੰ ਕੋਈ ਨਹੀਂ ਮਿਲੀ ਸੀ ਅਜੇ ਤੋਂ ਪਹਿਲਾਂ ਪ੍ਰਭਾਵ ਵਾਲੀ ਹੀ ਚੱਲਦੀ ਪਈ ਸੀ। ਸੋ ਇਸ ਲਈ ਇਹ ਪ੍ਰਭਾਵਵਾਦੀ ਕਿਸਮ ਦੀ ਹੋ ਸਕਦੀ ਹੈ। ਤਾਂ ਵੀ ਇਸ ਆਲੋਚਨਾ ਪਰੰਪਰਾ ਨੇ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਸੰਬੰਧੀ ਵਿਆਖਿਆ ਤੇ ਵਿਸ਼ਲੇਸ਼ਣ ਦਾ ਮੁੱਢਲਾ ਕੰਮ ਕਾਫੀ ਚੰਗੇ ਤਰੀਕੇ ਦੇ ਨਾਲ ਨਿਭਾਇਆ ਸੀ। ਕਿ ਸਟਾਰਟਿੰਗ ਦੀ ਆਲੋਚਨਾ ਚਾਹੇ ਸਾਡੇ ਕੋਲ ਦੂਸਰੇ ਤਰੀਕੇ ਦੀ ਰਹੀ ਸੀ ਪਰ ਤਾਂ ਵੀ ਇਹਨੇ ਆਪਣਾ ਕਾਫੀ ਜ਼ਿਆਦਾ ਪ੍ਰਭਾਵ ਇੱਥੇ ਪਾਇਆ ਸੀ। ਪ੍ਰਭਾਵਵਾਦੀ ਆਲੋਚਨਾ ਪੰਜਾਬੀ ਆਲੋਚਨਾ ਦਾ ਆਰੰਭ ਪ੍ਰਭਾਵਵਾਦੀ ਆਲੋਚਨਾ ਪ੍ਰਣਾਲੀਆਂ ਨਾਲ ਹੁੰਦਾ ਹੈ। ਇਸ ਪ੍ਰਣਾਲੀ ਦਾ ਆਲੋਚਕ ਆਲੋਚਨਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਸੇ ਵਿਚਾਰਧਾਰਾ ਜਾਂ ਸਾਹਿਤ ਸ਼ਾਸਤਰੀ ਪਰਿਪੇਖ ਦਾ ਪ੍ਰਯੋਗ ਨਹੀਂ ਕਰਦੇ। ਮਤਲਬ ਕੋਈ ਇੱਕ ਪਰਟੀਕੂਲਰ ਵਿਧੀ ਦੀ ਵਰਤੋਂ ਉਹਨਾਂ ਨੇ ਨਹੀਂ ਕੀਤੀ ਸੀ। ਅਸਲ ਵਿੱਚ ਸਾਰੇ ਮੁੱਢਲੇ ਆਲੋਚਕ ਸਾਹਿਤ ਦੇ ਸੰਵੇਦਨਸ਼ੀਲ ਭਾਵੁਕ ਪਾਠਕ ਹੀ ਹੈਗੇ ਸੀ। ਕੋਈ ਰਚਨਾ ਪੜ੍ਹਨ ਦੌਰਾਨ ਉਹਨਾਂ ਦੇ ਮਨ ਮਸਤਕ ਉੱਪਰ ਅਜਿਹੇ ਪ੍ਰਭਾਵ ਪੈਂਦਾ ਸੀ ਉਹ ਜਿਨ੍ਹਾਂ ਨੂੰ ਜਿਉਂ ਦੇ ਤਿਉਂ ਹੀ ਲਿਖ ਦਿੰਦੇ। ਜਿਵੇਂ ਮੈਂ ਕਿਸੇ ਰਚਨਾ ਨੂੰ ਪੜ੍ਹਿਆ ਜੋ ਉਹਨੇ ਮੇਰੇ ਤੇ ਪ੍ਰਭਾਵ ਪਾਇਆ
मैं उसਨੂੰ अपने नज़रिए ਦੇ ਨਾਲ ਉੱਥੇ ਲਿਖ ਦਿੱਤਾ। ਇਸੇ ਨੂੰ ਉਹ ਆਲੋਚਨਾ ਦਾ ਨਾਮ ਲੈ ਦਿੰਦੇ ਸੀ ਕਿਉਂਕਿ ਇਹ ਪ੍ਰਭਾਵ ਪਾਉਂਦੀ ਸੀ। ਅਜਿਹੇ ਆਲੋਚਕਾਂ 'ਚ ਸਾਡੇ ਕੋਲ ਬਾਬਾ ਬੁੱਧ ਸਿੰਘ, ਤੇਜਾ ਸਿੰਘ, ਸੁਰਿੰਦਰ ਸਿੰਘ ਕੋਹਲੀ, ਜੀਤ ਸਿੰਘ ਸੀਤਲ ਦਾ ਨਾਮ ਲਿਆ ਜਾਂਦਾ ਹੈ। ਪੰਜਾਬੀ ਦੇ ਮੁੱਢਲੇ ਆਲੋਚਕ ਬਾਬਾ ਬੁੱਧ ਸਿੰਘ ਨੇ 3 ਆਲੋਚਨਾਤਮਕ ਪੁਸਤਕਾਂ ਹੰਸ ਚੋਕ ਬਬੀਹਾ ਬੋਲ ਕੋਇਲ ਕੋ ਲਿਖੀਆਂ ਸੀ, ਜਿਨ੍ਹਾਂ 'ਚ ਪੰਜਾਬੀ ਕਵਿਤਾ ਦਾ ਮੁਲਾਂਕਣ ਕਰਨ ਦੇ ਨਾਲ-ਨਾਲ ਭੁੱਲੇ ਵਿਸਰੇ ਕਵੀਆਂ ਦੀਆਂ ਕਵਿਤਾਵਾਂ ਲੱਭ ਕੇ ਛਾਪੀਆਂ ਸੀ ਤੇ ਉਹਨਾਂ ਬਾਰੇ ਉਹਨਾਂ ਨੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਸੀ। ਕੋਇਲ ਕੋ ਜਿਹੜੀ ਪੁਸਤਕ ਹੈਗੀ ਹੈ ਦੇ ਇੱਕ ਲੇਖ ਵਿੱਚ ਉਹਨਾਂ ਨੇ ਕਵਿਤਾ ਦਾ ਹੋਰਨਾਂ ਕੋਮਲ ਹੁਨਰਾਂ ਨਾਲ ਸੰਬੰਧ ਵੀ ਨਿਸ਼ਚਿਤ ਕੀਤਾ ਹੈ। ਸੋ ਇਹ ਜ਼ਰੂਰ ਲਿਖ ਲਿਓ ਕਿ ਉਹਨਾਂ ਨੇ ਇਸ ਰਚਨਾਵਾਂ ਦੇ ਵਿੱਚ ਕੀ ਜਿਹੜਾ ਹੈਗਾ ਸੀ ਦਿੱਤਾ ਸਾਨੂੰ। ਉਹ ਪੱਛਮੀ ਸਾਹਿਤ ਦਾ ਇੱਕ ਗੰਭੀਰ ਪਾਠਕ ਸੀ। ਉਹਨਾਂ ਦੇ ਆਲੋਚਨਾਤਮਕ ਲੇਖਾਂ ਦੇ ਵਿੱਚ ਸਾਨੂੰ ਪਲੈਟੋ, ਅਰਸਤੂਸ, ਸ਼ੇਕਸਪੀਅਰ, ਮਿਲਟਨ ਵਰਗੇ ਲੇਖਕਾਂ ਦੇ ਹਵਾਲੇ ਅਕਸਰ ਹੀ ਮਿਲਦੇ ਨੇ। ਉਹ ਵਸਤੂਗਤ ਵਿਧੀ ਦੁਆਰਾ ਪੁਆਇੰਟ ਨੋਟਡ ਕਿਹੜੀ ਵਿਧੀ ਵਰਤੋਂ ਕੀਤੀ ਸੀ ਉਹਨਾਂ ਨੇ? ਵਸਤੂਗਤ ਵਿਧੀ ਦੁਆਰਾ ਕਵਿਤਾ ਦੀ ਪਰਿਭਾਸ਼ਾ ਕਰਦੇ ਹੋਏ ਲਿਖਦੇ ਨੇ ਕਿ ਕਵਿਤਾ ਇੱਕ ਹੁਨਰ ਹੈ ਜਿਸ ਦੇ ਵਿੱਚ ਕਾਰੀਗਰੀ ਦੀ ਲੋੜ ਹੈ। ਕਵਿਤਾ ਦੇ ਉਹ 3 ਪ੍ਰਮੁੱਖ ਤੱਤ ਮੰਨਦਾ ਸੀ। ਇੱਕ ਆਇਂਦਾ ਖਿਆਲ ਤੇ ਸੋਚ, ਸੈਕਿੰਡ ਆਇਂਦਾ ਹੈਗਾ ਸ਼ਾਇਰਾਨਾ ਖਿਆਲ, ਥਰਡ ਆਇਂਦਾ ਹੈਗਾ ਸਾਡੇ ਕੋਲ ਕਾਰੀਗਰੀ। ਇਹ ਸਾਡੇ ਕੋਲ ਬਾਬਾ ਬੁੱਧ ਸਿੰਘ ਬਾਰੇ ਉਹਨਾਂ ਨੇ ਥੋੜਾ ਜਿਹਾ ਦੱਸਿਆ ਹੈ। ਅੱਗੇ ਕਹਿੰਦੇ ਬਾਬਾ ਬੁੱਧ ਸਿੰਘ ਨੇ ਆਪਣੀਆਂ ਪੁਸਤਕਾਂ ਵਿੱਚ ਕਾਵਿ ਸਮੀਖਿਆ ਬਾਰੇ ਆਪਣੇ ਵਿਚਾਰ ਕਾਫੀ ਵਿਸਤਾਰ ਦੇ ਵਿੱਚ ਉਹਨਾਂ ਨੇ ਪੇਸ਼ ਕੀਤੇ ਸੀ। ਜਿਵੇਂ ਕੋਇਲ ਕੂ ਵਿੱਚ ਉਹਨਾਂ ਨੇ ਭਾਰਤੀ ਕਾਵਿ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਕਾਵਿ ਦੇ ਸਰੂਪ ਤੇ ਤੱਤਾਂ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਸੀ। ਇਹ ਵੀ ਨੋਟ ਕਰਨਾ ਜ਼ਰੂਰ। ਉਹ ਪੁਸਤਕ ਨੂੰ 4 ਭਾਗਾਂ 'ਚ ਵੰਡਿਆ ਹੈ ਤੇ ਹਰ ਭਾਗ ਨੂੰ ਉਹਨਾਂ ਨੇ ਰਸ ਦਾ ਨਾਮ ਦਿੱਤਾ ਹੈ। ਉਹਨਾਂ ਨੇ ਪੁਸਤਕ ਵਿੱਚ ਬਾਬਾ ਜੀ ਦੀ ਤੁਲਨਾਤਮਕ ਸਾਹਿਤ ਬਾਰੇ ਸਾਨੂੰ ਦ੍ਰਿਸ਼ਟੀ ਦੇ ਬਾਰੇ ਵੀ ਜਾਣਕਾਰੀ ਇੱਥੇ ਪ੍ਰਾਪਤ ਹੁੰਦੀ ਹੈ। ਥੋੜਾ ਜਿਹਾ ਹੈਗਾ, ਜ਼ਿਆਦਾ ਮੈਂ ਡੀਪਲੀ ਨਹੀਂ ਗਈ, ਮਤਲਬ ਜਿਹੜੇ ਮੇਨ ਮਟੀਰੀਅਲ ਹੈਗਾ ਤਾਂ ਕਿ ਤੁਹਾਨੂੰ ਵੀ ਥੋੜਾ ਪ੍ਰੋਬਲਮ ਨਾ ਹੋਵੇ ਪੜ੍ਹਨ 'ਚ। ਬਾਬਾ ਬੁੱਧ ਸਿੰਘ ਦੇ ਆਲੋਚਨਾਤਮਕ ਕਾਰਜ ਦਾ ਖੇਤਰ ਕੀ ਗਾ ਸੀ? ਮੱਧਕਾਲੀਨ ਪੰਜਾਬੀ ਸਾਹਿਤ ਦੀ ਵਿਆਖਿਆ ਤੇ ਵਿਸ਼ਲੇਸ਼ਣ ਤੱਕ ਹੀ ਸੀਮਿਤ ਹੈ। ਮਤਲਬ ਉਹਨਾਂ ਨੇ ਸਾਹਿਤ ਦੇ ਵਿੱਚ ਕਿਹੜੇ ਪੱਖ ਦੇ ਉੱਤੇ ਆਪਣੀ ਆਲੋਚਨਾ ਕੀਤੀ ਸੀ? ਮੱਧਕਾਲੀਨ ਪੰਜਾਬੀ ਸਾਹਿਤ ਦੀ ਵਿਆਖਿਆ ਕੀਤੀ ਤੇ ਨਾਲ ਵਿਸ਼ਲੇਸ਼ਣ। ਉਹਨਾਂ ਨੇ ਪੰਜਾਬੀ ਕਿੱਸਾ ਕਾਵਿ ਦੀਆਂ ਪ੍ਰਮੁੱਖ ਰੂੜੀਆਂ, ਇਸ ਦੇ ਗੁਣ ਲੱਛਣਾਂ ਸੰਬੰਧੀ ਕਾਫੀ ਮਹੱਤਵਪੂਰਨ ਕੰਮ ਕੀਤਾ ਹੈ। ਬਾਬਾ ਬੁੱਧ ਸਿੰਘ ਤੋਂ ਪਿੱਛੋਂ ਪ੍ਰਿੰਸੀਪਲ ਤੇਜਾ ਸਿੰਘ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਦੀ ਪ੍ਰਕਿਰਤੀ ਨੂੰ ਸਪਸ਼ਟ ਕਰਨ ਵਾਲੇ ਆਲੋਚਨਾਤਮਕ ਲੇਖ ਲਿਖੇ ਸੀ। ਸੋ ਇੱਥੇ ਹੀ ਤੁਹਾਨੂੰ ਜਿਵੇਂ ਮਿਲ ਜਾਏਗਾ ਜਿਨ੍ਹਾਂ ਨੇ ਕਿਹੜੇ ਚੀਜ਼ਾਂ ਨੂੰ ਆਧਾਰ ਬਣਾਇਆ ਸੀ। ਪ੍ਰਿੰਸੀਪਲ ਤੇਜਾ ਸਿੰਘ ਨੇ ਕਿਸ ਦੇ ਬਾਰੇ ਲਿਖਿਆ ਸੀ ਜਾਂ ਫਿਰ ਆਲੋਚਨਾ ਕੀਤੀ ਸੀ? ਵੱਖ-ਵੱਖ ਰੂਪਾਂ ਦੀ ਪ੍ਰਕਿਰਤੀ। ਉਸਨੇ ਪੰਜਾਬੀ ਸਾਹਿਤਕਾਰਾਂ ਨੂੰ ਸਮਕਾਲੀਨ ਯਥਾਰਥ ਵੱਲ ਮੁੜਨ ਦੀ ਉਹਨਾਂ ਨੇ ਸਲਾਹ ਦਿੱਤੀ ਸੀ। ਨੈਕਸਟ ਦੇਖੋ, ਕਹਿੰਦੇ ਕਿ ਪ੍ਰਿੰਸੀਪਲ ਤੇਜਾ ਸਿੰਘ ਨੇ ਆਧੁਨਿਕ ਪੰਜਾਬੀ ਸਾਹਿਤ ਦੇ ਕੁਝ ਨਵੇਂ ਰੂਪਾਂ ਜਿਵੇਂ ਨੋਵਲ, ਨਾਟਕ, ਨਵੀਨ ਕਵਿਤਾ ਦਾ ਸਰੂਪ ਨਿਸ਼ਚਿਤ ਕਰਨ 'ਚ ਵੀ ਕਾਫੀ ਮੁੱਢਮੁੱਲਾ ਕੰਮ ਕੀਤਾ ਹੈ। ਉਹ ਭਾਈ ਵੀਰ ਸਿੰਘ ਦੇ ਨਾਵਲਾਂ ਨੂੰ ਲੇਖਣ ਦੀ ਸੰਪਰਦਾਇ ਦ੍ਰਿਸ਼ਟੀ ਕਾਰਨ ਮਹਾਨ ਰਚਨਾਵਾਂ ਦਾ ਦਰਜਾ ਦੇਣ ਤੋਂ ਇਨਕਾਰੀ ਹੈ। ਕਿਉਂ ਨਹੀਂ ਇਹਨਾਂ ਨੇ ਇਹ ਦਰਜਾ ਦਿੱਤਾ ਸੀ? ਕਿਉਂਕਿ ਇਹ ਸੰਪਰਦਾਇ ਦ੍ਰਿਸ਼ਟੀ ਤੋਂ ਇਹਨੂੰ ਮੰਨਦੇ ਸੀ। ਉਹਨਾਂ ਦਾ ਵਿਚਾਰ ਸੀ ਕਿ ਨਾਵਲਿਸਟ ਦਾ ਕੰਮ ਨਿਰਾ ਕਹਾਣੀ ਨੂੰ ਘੜਨਾ ਹੀ ਨਹੀਂ, ਸਗੋਂ ਹਾਲਤ ਦੇ ਮੁਤਾਬਿਕ ਇੱਕ ਪਾਤਰ ਦੇ ਚਰਿੱਤਰ ਨੂੰ ਉਸਾਰਨਾ ਵੀ ਹੈ। ਜੇ ਸਮਾਜ ਦਾ ਚੱਲਣ ਤੇ ਇਹਦੇ ਨਾਲ ਉਹਦੇ ਵਿੱਚ ਵਰਤਣ ਵਾਲੇ ਮਨੁੱਖਾਂ ਤੇ ਤੀਵੀਆਂ ਦੇ ਸ਼ਖਸੀ ਆਚਰਣ ਜਿਹੜੇ ਹੈਗੇ ਨੇ ਬਹੁਤ ਗੁੰਝਲਦਾਰ ਹੋ ਗਏ ਹਨ, ਤਾਂ ਨਾਵਲਿਸਟ ਦਾ ਕੰਮ ਵੀ ਜਿਹੜਾ ਹੈਗਾ ਇੱਥੇ ਔਖਾ ਹੋ ਜਾਂਦਾ ਹੈ। ਸੋ ਉਹਨਾਂ ਨੇ ਇੱਥੇ ਨਾਵਲਿਸਟ ਦੇ ਬਾਰੇ ਦੱਸਿਆ ਹੈ ਕਿ ਉਸਨੂੰ ਕੀ ਚੀਜ਼ਾਂ ਜਿਹੜੀਆਂ ਇੱਥੇ ਕਰਨੀਆਂ ਚਾਹੀਦੀਆਂ ਨੇ ਤੇ ਨਾ ਕਿ ਸੰਪਰਦਾਇਕ ਹੋਣਾ ਚਾਹੀਦਾ ਹੈ। ਕਹਿੰਦੇ ਇੱਕ ਚੰਗੇ ਨਾਵਲਿਸਟ ਲਈ ਜ਼ਰੂਰੀ ਹੈ ਕਿ ਉਹ ਮਨੁੱਖੀ ਜਿਹੜਾ ਆਚਰਣ ਹੈਗਾ ਹੈ ਉਸ ਦੀਆਂ ਹੇਰੀਆਂ ਫੇਰਾਂ ਜਿਹੜੇ ਹੈਗੇ ਨੇ ਉਸਨੂੰ ਸਮਝਣ ਦੀ ਲਿਆਕਤ ਰੱਖਦਾ ਹੋਵੇ। ਜਿਵੇਂ ਉਹ ਨਾਨਕ ਸਿੰਘ ਨੂੰ ਰੋਮਾਂਟਿਕ ਲੇਖਕ ਮੰਨਦਾ ਹੈ ਤੇ ਸੇਖੋਂ ਦੇ ਨਾਵਲ ਲਹੂ ਮਿੱਟੀ ਦੀ ਇਸ ਗੱਲੋਂ ਆਲੋਚਨਾ ਕਰਦਾ ਹੈ ਕਿ ਆਪਣੇ ਅਗਾਂਹਵਧੂ ਖਿਆਲਾਂ ਦੇ ਚਾਅ ਵਿੱਚ 7-8 ਵਰ੍ਹੇ ਦੇ ਬੱਚੇ ਕੋਲੋਂ ਸਮਾਜਵਾਦੀ ਗੱਲਾਂ ਅਖਵਾਉਣ ਲੱਗ ਪੈਂਦਾ ਹੈ। ਅੱਗੇ ਦੇਖੋ, ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਸਾਨੂੰ 2 ਪੁਸਤਕਾਂ ਦ੍ਰਿਸ਼ਟੀਗੋਚਰ ਹੁੰਦੀਆਂ ਨੇ, ਸਾਹਿਤ ਦਰਸ਼ਨ ਤੇ ਪੰਜਾਬੀ ਕਿਵੇਂ ਲਿਖੀ। ਤੇਜਾ ਸਿੰਘ ਦੀ ਆਲੋਚਨਾ ਦਾ ਮੁਲਾਂਕਣ ਕਰਦਿਆਂ ਹੋਇਆ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਇੱਥੇ ਪ੍ਰੋਫੈਸਰ ਸੰਤ ਸਿੰਘ ਸੇਖੋਂ ਲਿਖਦੇ ਨੇ ਕਿ ਉਹਨਾਂ ਦਾ ਕਰਮ ਵਧੇਰੇ ਇੱਕ ਉਤਸ਼ਾਹਕਾਰ ਜਾਂ ਵਿਚੋਲੇ ਦਾ ਹੈਗਾ ਸੀ। ਠੀਕ ਹੈ, ਤੇ ਭਾਵੇਂ ਉਸਦੇ ਲੇਖਾਂ ਵਿੱਚ ਕਿਤੇ ਪ੍ਰਤਿਭਾ ਦੇ ਚਮਕਾਰੇ ਨੇ, ਤੇਜਾ ਸਿੰਘ ਦੀ ਇੱਥੇ ਆਲੋਚਨਾਤਮਕ ਦ੍ਰਿਸ਼ਟੀ ਦੇ ਬਾਰੇ ਗੱਲ ਕੀਤੀ ਹੈ ਸੰਤ ਸਿੰਘ ਸੇਖੋਂ ਨੇ, ਪਰ ਸਮਾਨ ਰੂਪ ਵਿੱਚ ਉਹ ਬਾਸੀ ਫਿੱਕੀ ਜਿਹੀ ਤੇ ਮੁੱਢਲੀ ਜਿਹੀ ਗੱਲ ਹੀ ਉਹਨਾਂ ਦੀ ਜਾਪਦੀ ਹੈ। ਮਤਲਬ ਇੱਕ ਤਰੀਕੇ ਨਾਲ ਜਿਹੜੇ ਤੇਜਾ ਸਿੰਘ ਹੈਗੇ ਸੀ ਉਹ ਇੱਕ ਉਤਸ਼ਾਹਕਾਰ ਜਾਂ ਵਿਚੋਲੇ ਦੇ ਰੂਪ 'ਚ ਹੈਗੇ ਸੀ। ਕਿਤੇ ਪ੍ਰਤਿਭਾ ਜ਼ਰੂਰ ਹੈਗੀ ਸੀ ਪਰ ਓਵਰਆਲ ਉਹ ਬਾਸੀ ਜਿਹੀ ਗੱਲ ਲੱਗਦੀ ਗਈ ਸੀ। ਅੱਗੇ ਆਉਂਦੇ ਹਰਭਜਨ ਸਿੰਘ ਭਾਟੀਆ, ਉਹਨਾਂ ਦੀ ਆਲੋਚਨਾਤਮਕ ਪ੍ਰਤਿਭਾ ਉੱਪਰ ਟਿੱਪਣੀ ਕਰਦੇ ਲਿਖਦੇ ਨੇ
कि उसने ਸਾਹਿਤ ਸੰਬੰਧੀ ਫਿਰਕੂ ਪੱਖਪਾਤ ਤੋਂ ਉੱਠ ਕੇ ਸੋਚਿਆ ਸੀ। ਜਿਹੜੇ ਹਰਭਜਨ ਸਿੰਘ ਭਾਟੀਆ ਹੈਗੇ ਸੀ, ਉਹਨਾਂ ਨੇ ਭਾਵੇਂ ਨਵੇਂ ਲੇਖਕ ਦੀ ਰਚਨਾ ਦੇ ਕੁਝ ਉੱਭਰਵੇਂ ਪੱਖਾਂ ਨੂੰ ਉਭਾਰਿਆ, ਉਹਨਾਂ ਦੀ ਪ੍ਰਸ਼ੰਸਾ ਕਰਦਾ, ਲੇਖਕ ਨੂੰ ਹੱਲਾਸ਼ੇਰੀ ਦਿੰਦਾ ਤੇ ਵਿਸ਼ੇਸ਼ ਗੁਣਾਂ ਨੂੰ ਪ੍ਰਫੁੱਲਿਤ ਕਰਨ ਦਾ ਮਸ਼ਵਰਾ ਦੇ ਕੇ ਔਰ ਚਰਚਾ ਨੂੰ ਸਮਾਪਤ ਕਰ ਦਿੰਦਾ ਹੈ। ਸੋ ਉਸ ਦੀ ਆਲੋਚਨਾ ਦਾ ਸਹੀ ਮੁੱਲ ਉਸ ਦੀ ਇਤਿਹਾਸਿਕ ਦੇਣ ਦੇ ਵਿੱਚ ਹੀ ਹੈਗੇ ਸੀ। ਨਵੀਨ ਪੰਜਾਬੀ ਆਲੋਚਨਾ ਦੇ ਕਵਿਤਾ ਦੇ ਸੰਦਰਭ ਵਿੱਚ ਸਾਡੇ ਕੋਲ ਤੇਜਾ ਸਿੰਘ ਨੇ ਭਾਈ ਵੀਰ ਸਿੰਘ, ਲਾਲਾ ਧਨੀ ਰਾਮ ਚਾਤਰਿਕ, ਕਿਰਪਾ ਸਾਗਰ, ਪੂਰਨ ਸਿੰਘ, ਮੋਹਨ ਸਿੰਘ, ਬਾਬਾ ਬਲਵੰਤ, ਅੰਮ੍ਰਿਤਾ ਪ੍ਰੀਤਮ ਆਦਿ ਦੇ ਬਾਰੇ ਵੀ ਚਰਚਾ ਛੇੜੀ ਹੈ। ਇਹਨਾਂ ਕਵੀਆਂ ਦੀ ਕਾਵ ਕਲਾ ਦੇ ਪ੍ਰਮੁੱਖ ਲੱਛਣ ਸਪਸ਼ਟ ਕਰਨ ਦੇ ਨਾਲ ਨਾਲ ਤੇਜਾ ਸਿੰਘ ਨੇ ਕਵਿਤਾ ਦੀ ਰੂਪ ਗਠਨ ਤੇ ਪ੍ਰੇਰਕ ਸ਼ਕਤੀਆਂ ਬਾਰੇ ਵੀ ਵਿਚਾਰ ਕੀਤਾ ਹੈ। ਵਿਚਾਰ ਜਿਹੜਾ ਹੈਗਾ ਉਸਦੀ ਡੂੰਘਾਈ, ਵਲਵਲੇ ਦੀ ਸ਼ਿੱਦਤ ਤੇ ਕਵਿਤਾ ਦੇ ਰੂਪ ਗਠਨ ਦੇ ਆਪਸੀ ਸੰਬੰਧਾਂ ਨੂੰ ਨਿਸ਼ਚੈ ਕਰਦਿਆਂ ਆਪਣੇ ਇੱਕ ਲੇਖ ਵਿੱਚ ਕਹਿੰਦਾ ਹੈ, ਸ਼ਾਇਦ ਉਹ ਮੈਂ ਕੱਟਦਾ ਹੈ ਕਿਉਂਕਿ ਉਹ ਚੀਜ਼ ਕਾਫੀ ਆਇੰਦੀ ਹੀ ਹੈ। ਸੋ ਇਹ ਲਾਸਟ ਹੈਗਾ ਹੈ, ਕਹਿੰਦੇ ਪ੍ਰਿੰਸੀਪਲ ਤੇਜਾ ਸਿੰਘ ਕਾਵ ਕਲਾ ਦੇ ਸੰਦਰਭ ਵਿੱਚ ਕਲਪਨਾ ਦੇ ਮਹੱਤਵ ਉੱਤੇ ਬਹੁਤ ਜ਼ੋਰ ਦਿੰਦਾ ਹੈ। ਇਹ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਇਹੋ ਆਉਂਦੀਆਂ ਹੀ ਹੈ, ਇਹ ਤੁਹਾਨੂੰ ਵੀ ਪਤਾ ਹੈ। ਜਿਵੇਂ ਪ੍ਰਿੰਸੀਪਲ ਤੇਜਾ ਸਿੰਘ ਨੇ ਕਾਵ ਕਲਾ ਦੇ ਸੰਦਰਭ ਵਿੱਚ ਕਿਸ ਉੱਤੇ ਜ਼ੋਰ ਦਿੱਤਾ ਸੀ? ਕਲਪਨਾ ਤੇ। ਇਸ ਪ੍ਰਸੰਗ ਵਿੱਚ ਉਸ ਦੀ ਪਹੁੰਚ ਰੋਮਾਂਟਿਕ ਕਵੀਆਂ ਵਾਲੀ ਹੀ ਹੈ, ਇਸ ਲਈ ਉਹ ਉਪਦੇਸ਼ਮਈ ਕਵਿਤਾ ਨੂੰ ਉੱਤਮ ਨਹੀਂ ਮੰਨਦੇ। ਕੌਣ ਉਪਦੇਸ਼ਮਈ ਕਵਿਤਾ ਨੂੰ ਉੱਤਮ ਨਹੀਂ ਮੰਨਦੇ? ਪ੍ਰਿੰਸੀਪਲ ਤੇਜਾ ਸਿੰਘ। ਤੇ ਉਹ ਸ਼ਾਬਦਿਕ ਹੇਰਾਫੇਰੀਆਂ ਨੂੰ ਵੀ ਉੱਤਮ ਕਵਿਤਾ ਦਾ ਰੁਤਬਾ ਦੇਣ ਦੇ ਹੱਕ ਵਿੱਚ ਨਹੀਂ ਹੈਗੇ। ਤੇ ਇੱਕ ਉਹ ਪੰਜਾਬੀ ਕਵਿਤਾ ਨੂੰ ਪੰਜਾਬੀ ਸੱਭਿਆਚਾਰ ਵਿੱਚੋਂ ਵੀ ਉਗਮਦੀ ਦੇਖਣ ਦਾ ਇੱਕ ਇੱਛੁਕ ਨਹੀਂ ਹੈਗੇ। ਇਸ ਪ੍ਰਸੰਗ ਵਿੱਚ ਉਹ ਟਿੱਪਣੀ ਕਰਦੇ ਲਿਖਦੇ ਨੇ ਕਿ ਨਾ ਸਾਨੂੰ ਧਰਮ ਦੀ ਅਪੀਲ ਜੋੜ ਸਕਦੀ ਹੈ, ਨਾ ਸਿਆਸਤ ਦੀਆਂ ਹੇਰਾਫੇਰੀਆਂ। ਜੇ ਕੋਈ ਚੀਜ਼ ਜੋੜ ਸਕਦੀ ਹੈ ਤਾਂ ਉਹ ਹੈਗੀ ਹੈ ਪੰਜਾਬੀਅਤ। ਜਿੱਥੇ ਰਾਵੀ ਤੇ ਚਨਾਹ, ਸਤਲੁਜ ਤੇ ਬਿਆਸ, ਵਾਰਸ ਤੇ ਅੰਮ੍ਰਿਤਾ, ਬੁੱਲਾ ਤੇ ਕਿਰਪਾ ਸਾਗਰ, ਸ਼ਰਫ ਤੇ ਮੋਹਨ ਸਿੰਘ ਜੋੜ ਸਕਦੇ ਨੇ, ਉੱਥੇ ਮਜ਼ਹਬ ਤੇ ਸਿਆਸਤ ਨਹੀਂ ਜੋੜ ਸਕਦੀ। ਸੋ ਇਹ ਜਿਹੜੇ ਹੈਗੇ ਸੀ ਅੱਜ ਸਟਾਰਟਿੰਗ ਪੰਜਾਬੀ ਆਲੋਚਨਾ ਦੇ ਬਾਰੇ ਕੀਤਾ ਹੈਗਾ ਵਾ ਤੇ ਕਿਹੜੀਆਂ ਚੀਜ਼ਾਂ ਸੀ। ਬਾਕੀ ਜਿਹੜਾ ਟੌਪਿਕ ਹੋਣਗੇ ਨੈਕਸਟ ਦੇ ਵਿੱਚ ਵੀਡੀਓ ਜ਼ਰੂਰ ਦੇਖਿਓ। ਥੈਂਕ ਯੂ।